ਏਐਮ ਕਹਾਣੀਆਂ ਵਿੱਚ ਤੁਹਾਡਾ ਸਵਾਗਤ ਹੈ। ਦਫ਼ਤਰ ਤੋਂ ਥੱਕ ਕੇ ਘਰ ਪਹੁੰਚਿਆ ਤਾਂ ਕੋਮਲ ਨੂੰ ਤਿਆਰ ਖੜੀ ਦੇਖਿਆ। ਉਸ ਨੇ ਬਹੁਤ ਹੀ ਖੂਬਸੂਰਤ ਗੁਲਾਬੀ ਰੰਗ ਦੀ ਡਰੈਸ ਪਾਈ ਹੋਈ ਸੀ। ਉਸ ਨੂੰ ਦੇਖ ਕੇ ਮੇਰੀ ਸਾਰੀ ਥਕਾਵਟ ਦੂਰ ਹੋ ਗਈ। ਪਰ ਜਿਵੇਂ ਹੀ ਉਸ ਨੇ ਕਿਹਾ ਕਿ ਉਸ ਨੇ ਆਪਣੇ ਪੇਕੇ ਘਰ ਜਾਣਾ ਹੈ ਅਤੇ ਉਹ ਇਸ ਲਈ ਤਿਆਰ ਹੋਈ ਹੈ, ਮੇਰਾ ਸਾਰਾ ਮੂਡ ਖਰਾਬ ਹੋ ਗਿਆ। ਦੇਖ ਕੋਮਲ, ਤੂੰ ਕੱਲ ਨੂੰ ਜਾਣਾ, ਅੱਜ ਮੈਂ ਬਹੁਤ ਥੱਕ ਗਿਆ ਹਾਂ। ਮੈਂ ਉਸ ਤੋਂ ਬਚਣ ਦੀ ਕੋਸ਼ਿਸ਼ ਕੀਤੀ ਪਰ ਉਹ ਅੜੀ ਰਹੀ। ਨਹੀਂ ਅਮਨ, ਮੈਂ ਮਾਂ ਨੂੰ ਬਹੁਤ ਯਾਦ ਕਰ ਰਹੀ ਹਾਂ, ਕਿਰਪਾ ਕਰਕੇ ਮੈਨੂੰ ਛੱਡ ਕੇ ਆਓ। ਉਸ ਦੀ ਗੱਲ ਸੁਣ ਕੇ ਮੈਂ ਹਾਂ ਕਿਹਾ। ਸਾਡੇ ਵਿਆਹ ਨੂੰ 1 ਮਹੀਨਾ ਹੀ ਬੀਤਿਆ ਸੀ ਅਤੇ ਉਹ ਤਕਰੀਬਨ ਹਰ ਹਫ਼ਤੇ ਆਪਣੇ ਪੇਕੇ ਘਰ ਜਾਂਦੀ ਸੀ। ਫਿਰ ਵੀ ਉਸ ਦਾ ਮਨ ਨਹੀਂ ਸੀ ਸੰਤੁਸ਼ਟ। ਪਰ ਮੈਨੂੰ ਕੀ ਕਰਨਾ ਚਾਹੀਦਾ ਹੈ? ਮੈਨੂੰ ਕੋਮਲ ਨਾਲ ਬਹੁਤ ਪਿਆਰ ਹੋ ਗਿਆ ਸੀ। ਮੈਂ ਮਜਬੂਰਨ ਉਸ ਨੂੰ ਕੁਝ ਦੇਰ ਉਡੀਕ ਕਰਨ ਲਈ ਕਿਹਾ ਅਤੇ ਫਰੈਸ਼ ਹੋਣ ਤੋਂ ਬਾਅਦ ਮੈਂ ਉਸ ਨੂੰ ਉਸ ਦੇ ਮਾਪਿਆਂ ਦੇ ਘਰ ਲੈ ਗਿਆ। ਉਸ ਨੇ ਕਿਹਾ ਕਿ ਉਹ ਰਾਤ ਨੂੰ ਉੱਥੇ ਹੀ ਰੁਕੇਗੀ। ਮੈਂ ਜਲਦੀ ਵਾਪਸ ਆ ਗਿਆ ਕਿਉਂਕਿ ਮੈਂ ਬਹੁਤ ਥੱਕਿਆ ਹੋਇਆ ਸੀ ਅਤੇ ਅੱਜ ਠੀਕ ਮਹਿਸੂਸ ਨਹੀਂ ਕਰ ਰਿਹਾ ਸੀ। ਪਰ ਮੈਂ ਇਸ ਬਾਰੇ ਕੋਮਲ ਨੂੰ ਨਹੀਂ ਦੱਸਿਆ। ਜਿਵੇਂ ਹੀ ਮੈਂ ਆਪਣੀ ਕਾਰ ਆਪਣੇ ਗੇਟ ਅੱਗੇ ਰੋਕੀ ਤਾਂ ਅਚਾਨਕ ਮੇਰੀ ਨਜ਼ਰ ਆਪਣੇ ਗੁਆਂਢੀਆਂ ਦੇ ਘਰ ਵੱਲ ਗਈ। ਮੈਨੂੰ ਹੈਰਾਨੀ ਦਾ ਵੱਡਾ ਝਟਕਾ ਲੱਗਿਆ ਕਿਉਂਕਿ ਛੱਤ ਤੇ ਇੱਕ ਡਰੈਸ ਲਟਕ ਰਹੀ ਸੀ ਅਤੇ ਉਹ ਕੋਮਲ ਦੀ ਡਰੈਸ। ਮੈਂ ਹੁਣੇ ਹੀ ਕੋਮਲ ਨੂੰ ਇਸ ਨੂੰ ਪਹਿਨਦੇ ਦੇਖਿਆ ਸੀ, ਬਿਲਕੁਲ ਉਹੀ ਰੰਗ ਅਤੇ ਉਹ ਛਾਪ। ਕਾਫੀ ਦੇਰ ਤੱਕ ਉਸ ਨੂੰ ਦੇਖਦਾ ਰਿਹਾ ਪਰ ਇਸ ਵਾਰ ਮੈਂ ਸੋਚਿਆ ਕਿ ਇਹ ਸਿਰਫ ਇੱਕ ਇਤਫਾਕ ਸੀ। ਮੈਂ ਆਪਣਾ ਕੰਮ ਕਰਨ ਲੱਗ ਪਿਆ ਪਰ ਜਦੋਂ ਤੀਜੀ ਵਾਰ ਅਜਿਹਾ ਹੋਇਆ ਤਾਂ ਮੇਰੀ ਸੋਚ ਸ਼ੱਕ ਵਿੱਚ ਬਦਲ ਗਈ ਕਿ ਇਹ ਸੰਭਵ ਹੈ ਕਿ ਕੋਮਲ ਆਪਣੀ ਮਾਂ ਦੇ ਘਰ ਹੋਣ ਦਾ ਬਹਾਨਾ ਬਣਾ ਕੇ ਮੇਰੇ ਗੁਆਂਢੀਆਂ ਦੇ ਘਰ ਜਾਂਦੀ ਸੀ। ਪਰ ਅਜਿਹਾ ਕਿਵੇਂ ਹੋ ਸਕਦਾ ਹੈ? ਮੈਂ ਖੁਦ ਉਸ ਨੂੰ ਘਰ ਛੱਡ ਕੇ ਆਇਆ ਸੀ ਅਤੇ ਉਸ ਦਾ ਘਰ ਕਾਫੀ ਦੂਰ ਸੀ। ਇਹ ਸਭ ਇੰਨੀ ਜਲਦੀ ਕਿਵੇਂ ਹੋ ਸਕਦਾ ਹੈ? ਪਰ ਉਸ ਦਿਨ ਮੈਂ ਆਪਣੇ ਆਪ ਤੇ ਕਾਬੂ ਨਾ ਰੱਖ ਸਕਿਆ ਅਤੇ ਉਤਸੁਕਤਾ ਦੇ ਕਾਰਨ ਮੈਂ ਆਪਣੀ ਕਾਰ ਆਪਣੇ ਸਹੁਰਿਆਂ ਘਰ ਵੱਲ ਭਜਾ ਦਿੱਤੀ ਅਤੇ ਜਿਵੇਂ ਹੀ ਮੈਂ ਉੱਥੇ ਪਹੁੰਚਿਆ ਮੈਂ ਦੇਖਿਆ ਕਿ ਕੋਮਲ ਉਸੇ ਡਰੈਸ 'ਚ ਸੀ ਅਤੇ ਮੈਨੂੰ ਦੇਖ ਕੇ ਹੈਰਾਨ ਰਹਿ ਗਈ। ਅਮਨ, ਤੁਸੀਂ ਅਜੇ ਤੱਕ ਨਹੀਂ ਗਏ? ਜਦੋਂ ਉਸ ਨੇ ਹੈਰਾਨੀ ਨਾਲ ਪੁੱਛਿਆ ਤਾਂ ਮੈਂ ਥੋੜੀ ਜਿਹੀ ਸ਼ਰਮ ਮਹਿਸੂਸ ਕੀਤੀ ਅਤੇ ਆਪਣੇ ਮਨ ਵਿੱਚ ਆਪਣੇ ਆਪ ਨੂੰ ਰੋਕਣ ਲੱਗਾ। ਮੈਂ ਬਹੁਤ ਸਾਰੀਆਂ ਮੂਰਖਤਾ ਵਾਲੀਆਂ ਗੱਲਾਂ ਸੋਚ ਰਿਹਾ ਸੀ। ਕੋਮਲ ਦੇ ਮਾਪਿਆਂ ਦਾ ਘਰ ਸਾਡੇ ਘਰ ਤੋਂ ਬਹੁਤ ਦੂਰ ਸੀ। ਉਹ ਉੱਥੇ ਕਿਵੇਂ ਜਾ ਸਕਦੀ ਸੀ? ਮੈਂ ਮਨ ਵਿੱਚ ਹੀ ਆਪਣੇ ਆਪ ਨੂੰ ਝਿੜਕਿਆ ਅਤੇ ਘਰ ਮੁੜਿਆ ਤੇ ਧਿਆਨ ਨਾਲ ਆਪਣੇ ਗੁਆਂਢੀ ਰਾਜੂ ਦੇ ਘਰ ਵੱਲ ਦੇਖਿਆ ਜਿੱਥੇ ਉਹੀ ਡਰੈਸ ਅਜੇ ਵੀ ਲਟਕ ਰਹੀ ਸੀ। ਮੈਂ ਇੱਕ ਪਲ ਲਈ ਵੀ ਆਰਾਮ ਨਾ ਕਰ ਸਕਿਆ। ਇਤਫਾਕ ਨਾਲ ਅਜਿਹਾ ਵਾਰ-ਵਾਰ ਨਹੀਂ ਹੋ ਸਕਦਾ। ਮੈਂ ਇਹ ਗੱਲ ਆਪਣੀ ਜ਼ੁਬਾਨ ਤੇ ਲਿਆਉਣ ਤੋਂ ਡਰਦਾ ਸੀ ਪਰ ਮੈਂ ਇਹ ਸੋਚ ਕੇ ਚੁੱਪ ਹੋ ਗਿਆ ਕਿ ਮੇਰੇ ਵਿਆਹ ਨੂੰ ਕਿੰਨੇ ਦਿਨ ਹੋ ਗਏ ਹਨ ਅਤੇ ਮੇਰੇ ਸ਼ਬਦਾਂ ਨੇ ਕੋਮਲ ਨੂੰ ਕਿੰਨਾ ਦੁਖੀ ਕੀਤਾ ਹੋਵੇਗਾ। ਮੈਨੂੰ ਉਹ ਦਿਨ ਯਾਦ ਆ ਰਿਹਾ ਸੀ ਜਿਸ ਦਿਨ ਮੇਰਾ ਵਿਆਹ ਹੋਇਆ ਸੀ ਅਤੇ ਮੈਂ ਕੋਮਲ ਨੂੰ ਆਪਣੀ ਵਹੁਟੀ ਬਣਾਇਆ ਸੀ ਅਤੇ ਘਰ ਲੈ ਆਇਆ ਸੀ। ਸਭ ਬਹੁਤ ਖੁਸ਼ ਨਜ਼ਰ ਆ ਰਹੇ ਸੀ। ਵੈਸੇ ਮੈਂ ਵੀ ਆਪਣੇ ਵਿਆਹ ਤੋਂ ਬਹੁਤ ਖੁਸ਼ ਸੀ। ਮੇਰੀ ਲਵ ਮੈਰਿਜ ਸੀ। ਜਦੋਂ ਮੈਂ ਪਹਿਲੀ ਵਾਰ ਕੋਮਲ ਨੂੰ ਮਿਲਿਆ ਸੀ, ਜਦੋਂ ਮੈਂ ਕੋਮਲ ਨੂੰ ਦੇਖਿਆ, ਮੈਨੂੰ ਉਸ ਨੂੰ ਦੇਖਦੇ ਹੀ ਉਸ ਨਾਲ ਪਿਆਰ ਹੋ ਗਿਆ। ਉਹ ਮੇਰੇ ਸੈਕਟਰੀ ਨੂੰ ਮਿਲਣ ਮੇਰੇ ਦਫ਼ਤਰ ਆਈ। ਉਹ ਮੇਰੀ ਸੈਕਟਰੀ ਜਸ਼ਨ ਦੀ ਸਹੇਲੀ ਵੀ ਸੀ ਅਤੇ ਉਹਨਾਂ ਦਿਨਾਂ ਵਿੱਚ ਅਸੀਂ ਸ਼ਾਪਿੰਗ ਤੋਂ ਬਾਅਦ ਇਕੱਠੇ ਲੰਚ ਕਰਨ ਜਾ ਰਹੇ ਸੀ ਜਿਸ ਲਈ ਭਾਬੀ ਨੇ ਮੇਰੇ ਤੋਂ ਪਹਿਲਾਂ ਹੀ ਛੁੱਟੀ ਲੈ ਲਈ ਸੀ। ਇਤਫਾਕ ਨਾਲ ਉਸੇ ਪਲ ਮੈਨੂੰ ਕਿਸੇ ਕੰਮ ਲਈ ਬਾਹਰ ਜਾਣਾ ਪਿਆ
ਜਿਵੇਂ ਹੀ ਮੈਂ ਆਪਣੇ ਕੈਬਨ ਤੋਂ ਬਾਹਰ ਆਇਆ, ਮੇਰੀ ਨਜ਼ਰ ਸਿੱਧੀ ਕੋਮਲ ਤੇ ਪਈ ਅਤੇ ਮੈਂ ਉਸ ਨੂੰ ਦੇਖਦਾ ਹੀ ਰਹਿ ਗਿਆ। ਉਹ ਥੋੜੀ ਦੇਰ ਰੁਕ ਕੇ ਮੈਨੂੰ ਇਸ ਤਰ੍ਹਾਂ ਦੇਖ ਰਹੀ ਸੀ। ਮੈਂ ਬੇਹੋਸ਼ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਂ ਜਲਦੀ ਨਾਲ ਆਪਣੀਆਂ ਨਿਗਾਹਾਂ ਬੰਦ ਕਰ ਦਿੱਤੀਆਂ ਅਤੇ ਇਸ ਨੂੰ ਮੋੜ ਲਿਆ। ਮੈਂ ਨਾ ਚਾਹੁੰਦੇ ਹੋਏ ਵੀ ਉੱਥੇ ਚਲਾ ਗਿਆ। ਜਿਉਂ ਹੀ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਦੋਵੇਂ ਮੇਰੇ ਪਿੱਛੇ ਗੱਲਾਂ ਕਰ ਰਹੀਆਂ ਸਨ। ਕੋਮਲ ਜਸ਼ਨ ਦੀ ਗੱਲ ਤੋਂ ਉੱਚੀ ਉੱਚੀ ਹੱਸ ਰਹੀ ਸੀ ਅਤੇ ਉਸ ਦੇ ਲੰਬੇ ਵਾਲ ਹਵਾ ਵਿੱਚ ਲਹਿਰਾਉਂਦੇ ਹੋਏ ਉਸ ਦੇ ਚਿਹਰੇ ਤੇ ਡਿੱਗ ਰਹੇ ਸਨ, ਜਿਨ੍ਹਾਂ ਨੂੰ ਉਹ ਬਾਰ-ਬਾਰ ਪਿੱਛੇ ਤੱਕ ਰਹੀ ਸੀ। ਮੌਕਾ ਦੇਖ ਕੇ ਮੈਂ ਜਸ਼ਨ ਨੂੰ ਕਿਹਾ ਕਿ ਜੇ ਉਹ ਚਾਹੇ ਤਾਂ ਮੈਂ ਉਸ ਨੂੰ ਲਿਫਟ ਦੇ ਸਕਦਾ ਹਾਂ, ਕਿਉਂਕਿ ਮੈਂ ਵੀ ਉਸੇ ਪਾਸੇ ਜਾਣਾ ਹੈ। ਮੈਂ ਝੂਠ ਬੋਲਿਆ ਹੈ, ਪਰ ਮੈਂ ਇਸ ਪਾਸੇ ਨਹੀਂ ਜਾਣਾ ਚਾਹੁੰਦਾ ਸੀ। ਉਸ ਦਾ ਪ੍ਰੋਗਰਾਮ ਕਿਸੇ ਹੋਰ ਪਾਸੇ ਸੀ, ਪਰ ਆਪਣੇ ਦਿਲ ਦੇ ਪ੍ਰਭਾਵ ਹੇਠ ਮੈਂ ਉਸ ਨੂੰ ਕਿਹਾ। ਜਸ਼ਨ ਮੇਰੀਆਂ ਗੱਲਾਂ ਤੇ ਬਹੁਤ ਖੁਸ਼ ਹੋਈ ਅਤੇ ਕੋਮਲ ਦਾ ਹੱਥ ਫੜ ਕੇ ਕਾਰ 'ਚ ਬੈਠ ਗਈ, ਪਰ ਕੋਮਲ ਝਿਜਕ ਕੇ ਬੈਠੀ ਸੀ। ਇੰਜ ਲੱਗ ਰਿਹਾ ਸੀ ਜਿਵੇਂ ਮੇਰਾ ਦਿਲ ਹਵਾ ਵਿੱਚ ਉੱਡ ਰਿਹਾ ਹੋਵੇ। ਮੈਂ ਉਸ ਨੂੰ ਸ਼ੀਸ਼ੇ ਵਿੱਚੋਂ ਦੇਖ ਰਿਹਾ ਸੀ ਅਤੇ ਮੈਂ ਉਸੇ ਦਿਨ ਫੈਸਲਾ ਕਰ ਲਿਆ ਸੀ ਕਿ ਮੈਂ ਸਿਰਫ ਕੋਮਲ ਨੂੰ ਹੀ ਆਪਣੀ ਜੀਵਨ ਸਾਥਣ ਬਣਾਵਾਂਗਾ। ਮੈਂ ਉਸ ਦੇ ਪਿਆਰ ਵਿੱਚ ਇੰਨਾ ਕੈਦ ਹੋ ਗਿਆ ਸੀ ਕਿ ਮੈਂ ਸਬਰ ਵੀ ਨਹੀਂ ਕਰ ਸਕਿਆ ਅਤੇ 2 ਦਿਨਾਂ ਬਾਅਦ ਮੈਂ ਜਸ਼ਨ ਨੂੰ ਸਭ ਕੁਝ ਦੱਸਿਆ। ਉਹ ਮੇਰੀ ਗੱਲ ਸੁਣ ਕੇ ਬਹੁਤ ਖੁਸ਼ ਹੋਈ ਅਤੇ ਉਸ ਨੇ ਦੱਸਿਆ ਕਿ ਕੋਮਲ ਇੱਕ ਹੇਠਲੇ ਮੱਧ ਵਰਗ ਪਰਿਵਾਰ ਨਾਲ ਸੰਬੰਧ ਰੱਖਦੀ ਹੈ ਅਤੇ ਕੰਮ ਕਰਕੇ ਉਹ ਆਪਣੇ ਮਾਤਾ-ਪਿਤਾ ਅਤੇ ਆਪਣੇ ਛੋਟੇ ਭੈਣ ਭਰਾਵਾਂ ਦੀ ਦੇਖਭਾਲ ਕਰਦੀ ਹੈ। ਮੈਨੂੰ ਉਸ ਦੇ ਪਿਛੋਕੜ ਦੀ ਪਰਵਾਹ ਨਹੀਂ ਸੀ। ਮੈਨੂੰ ਉਹੀ ਪਸੰਦ ਹੈ। ਤੁਸੀਂ ਹੀ ਦੱਸੋ ਮੈਂ ਕਦੋਂ ਉਹਨਾਂ ਦੇ ਘਰ ਜਾ ਕੇ ਆਪਣਾ ਰਿਸ਼ਤਾ ਮੰਗਾਂ। ਜਦੋਂ ਮੈਂ ਪੁੱਛਿਆ ਤਾਂ ਉਸਨੇ ਮੈਨੂੰ ਜਲਦੀ ਦੱਸਣ ਦਾ ਵਾਅਦਾ ਕੀਤਾ ਅਤੇ ਇਸੇ ਤਰ੍ਹਾਂ ਕੁਝ ਦਿਨਾਂ ਬਾਅਦ ਮੈਂ ਆਪਣੀ ਮਾਂ ਨੂੰ ਉਹਨਾਂ ਦੇ ਘਰ ਲੈ ਗਿਆ। ਇੱਥੇ ਸਾਡਾ ਬਹੁਤ ਹੀ ਸਵਾਗਤਮ ਕੀਤਾ ਗਿਆ ਅਤੇ ਪਹਿਲੀ ਮੁਲਾਕਾਤ ਵਿੱਚ ਹੀ ਰਿਸ਼ਤਾ ਮਨਜ਼ੂਰ ਹੋ ਗਿਆ। ਮੇਰੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਮੇਰੀ ਮਾਂ ਨੇ ਵੀ ਤਿਆਰੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਦੋਂ ਕਿ ਮੈਂ ਨੌਕਰੀ ਕਰਕੇ ਵਿਅਸਤ ਰਹਿੰਦਾ ਸੀ, ਜਿੱਥੇ ਮੈਨੂੰ ਇੱਕ ਬਹੁਤ ਵੱਡੀ ਕੰਪਨੀ ਵਿੱਚ ਇੱਕ ਵੱਡੀ ਪੋਸਟ ਤੇ ਰੱਖਿਆ ਗਿਆ ਸੀ ਅਤੇ ਇਹ ਬੰਗਲੇ ਵਾਲੀ ਕਾਰ ਸਭ ਉਹਨਾਂ ਦੀ ਸੀ। ਮੈਨੂੰ ਬਹੁਤ ਵੱਡਾ ਪੈਕੇਜ ਦਿੱਤਾ ਗਿਆ ਅਤੇ ਬੋਨਸ ਵੀ ਮਿਲਿਆ ਅਤੇ ਜੇਕਰ ਕਦੇ ਮੈਨੂੰ ਦੇਸ਼ ਤੋਂ ਬਾਹਰ ਜਾਣਾ ਪਿਆ ਤਾਂ ਕੰਪਨੀ ਹੋਰ ਪੈਸੇ ਦੇਵੇਗੀ। ਮੈਂ ਆਪਣੀ ਨੌਕਰੀ ਅਤੇ ਜੀਵਨ ਸ਼ੈਲੀ ਤੋਂ ਬਹੁਤ ਸੰਤੁਸ਼ਟ ਸੀ ਅਤੇ ਜਦੋਂ ਕੋਮਲ ਮੇਰੀ ਜ਼ਿੰਦਗੀ ਵਿੱਚ ਆਈ ਤਾਂ ਅਜਿਹਾ ਲੱਗ ਰਿਹਾ ਸੀ ਜਿਵੇਂ ਕਿਸੇ ਚੀਜ਼ ਦੀ ਕਮੀ ਨਹੀਂ ਸੀ। ਮੈਂ ਸਾਰੀ ਉਮਰ ਰੱਬ ਦਾ ਸ਼ੁਕਰਾਨਾ ਕਰਦਾ ਹਾਂ। ਕੋਮਲ ਨੇ ਵੀ ਮੇਰਾ ਬਹੁਤ ਧਿਆਨ ਰੱਖਿਆ ਅਤੇ ਹਰ ਤਰ੍ਹਾਂ ਨਾਲ ਇੱਕ ਸ਼ਾਨਦਾਰ ਜੀਵਨ ਸਾਥੀ ਸਾਬਤ ਹੋਈ। ਪਰ ਜਦੋਂ ਇਹ ਪਹਿਰਾਵੇ ਦਾ ਮਾਮਲਾ ਸ਼ੁਰੂ ਹੋਇਆ ਤਾਂ ਮੇਰੀਆਂ ਰਾਤਾਂ ਦੀ ਨੀਂਦ ਉੱਡ ਗਈ। ਹੁਣ ਮੈਂ ਕੋਮਲ ਨਾਲ ਗੱਲ ਵੀ ਨਹੀਂ ਕਰ ਸਕਦਾ ਸੀ। ਉਸ ਨੂੰ ਇਸ ਤਰ੍ਹਾਂ ਦੇਖ ਕੇ ਮੇਰਾ ਦਿਲ ਪਿਘਲ ਗਿਆ ਅਤੇ ਮੈਂ ਉਸ ਤੋਂ ਆਪਣੇ ਰਵੱਈਏ ਲਈ ਮਾਫੀ ਵੀ ਮੰਗੀ। ਕੁਝ ਸਮੇਂ ਬਾਅਦ ਮੈਂ ਉਸ ਨੂੰ ਉਸਦੇ ਪੇਕੇ ਛੱਡ ਦਿੱਤਾ, ਪਰ ਵਾਪਸ ਆਉਂਦੇ ਸਮੇਂ ਮੈਂ ਰਾਜੂ ਦੇ ਘਰ ਉਹੀ ਡਰੈਸ ਲਟਕਦੀ ਦੇਖੀ। ਮੈਨੂੰ ਇੰਜ ਲੱਗ ਰਿਹਾ ਸੀ ਕੋਈ ਮੇਰੇ ਸਿਰ ਤੇ ਹਥੌੜੇ ਨਾਲ ਵਾਰ ਕਰ ਰਿਹਾ ਹੋਵੇ। ਮੈਂ ਵਾਰ-ਵਾਰ ਸੱਚਾਈ ਜਾਣਨ ਲਈ ਵਾਪਸ ਜਾਂਦਾ ਸੀ ਅਤੇ ਕੋਮਲ ਅਤੇ ਉਸ ਦੇ ਪਰਿਵਾਰ ਮੈਂਬਰ ਮੈਨੂੰ ਅਜੀਬ ਨਜ਼ਰ ਨਾਲ ਦੇਖਦੇ ਸਨ। ਮੈਂ ਕੋਈ ਨਾ ਕੋਈ ਬਹਾਨਾ ਮਾਰਦਾ ਸੀ। ਮੈਂ ਉੱਥੇ ਉਲਟੇ ਕਦਮਾਂ ਨਾਲ ਵਾਪਸ ਆਉਂਦਾ ਸੀ। ਮੇਰੇ ਨਾਲ ਕੀ ਹੋ ਰਿਹਾ ਸੀ ਮੈਂ ਕੁਝ ਸਮਝ ਨਾ ਸਕਿਆ। ਹੁਣ ਤਾਂ ਕੋਮਲ ਵੀ ਮੇਰੇ ਤੇ ਗੁੱਸੇ ਹੋਣ ਲੱਗ ਪਈ ਸੀ। ਮੈਂ ਸਾਰਾ ਦਿਨ ਚਿੜਚਿੜਾ ਰਹਿਣ ਲੱਗਾ ਅਤੇ ਦਫ਼ਤਰ ਦੇ ਲੋਕ ਵੀ ਮੇਰੇ ਬਾਰੇ ਸ਼ਿਕਾਇਤਾਂ ਕਰਨ ਲੱਗੇ। ਜੇ ਮੈਂ ਇਹ ਨੌਕਰੀ ਗਵਾ ਲੈਂਦਾ ਤਾਂ ਕਿਸੇ ਪਾਸੇ ਦਾ ਨਹੀਂ ਰਹਿ ਜਾਣਾ ਸੀ। ਇਸ ਲਈ ਮੈਨੂੰ ਆਪਣੇ ਦਿਲ ਅਤੇ ਦਿਮਾਗ ਨੂੰ ਤਾਜ਼ਾ ਕਰਨਾ ਪਿਆ। ਪਰ ਜਿਸ ਦੇ ਦਿਲ ਦਿਮਾਗ ਵਿੱਚ ਅਜਿਹਾ ਤੂਫਾਨ ਚੱਲ ਰਿਹਾ ਹੋਵੇ ਉਹ ਕਿਵੇਂ ਠੀਕ ਰਹਿ ਸਕਦਾ ਹੈ। ਮੈਨੂੰ ਬਿਮਾਰੀ ਦੇ ਬਹਾਨੇ 2 ਹਫ਼ਤਿਆਂ ਦੀ ਛੁੱਟੀ ਲੈਣ ਲਈ ਮਜਬੂਰ ਕੀਤਾ ਗਿਆ। ਇਹ ਉਹਨਾਂ ਦਿਨਾਂ ਦੌਰਾਨ ਸੀ ਜਦੋਂ ਮੈਂ ਦੇਖਿਆ ਕਿ ਕੋਮਲ ਚਿੰਤਿਤ ਦਿਖਾਈ ਦੇ ਰਹੀ ਸੀ
ਕਦੇ ਕਦੇ ਮੈਨੂੰ ਲੱਗਦਾ ਸੀ ਕਿ ਉਹ ਰਾਤ ਨੂੰ ਕਮਰੇ ਤੋਂ ਬਾਹਰ ਚਲੀ ਜਾਂਦੀ ਹੈ ਅਤੇ ਜਦੋਂ ਮੈਂ ਜਾਗ ਕੇ ਸਾਰੇ ਘਰ ਵਿੱਚ ਉਸ ਨੂੰ ਲੱਭਦਾ, ਜਿਵੇਂ ਹੀ ਮੈਂ ਕਮਰੇ ਵਿੱਚ ਵਾਪਸ ਆਉਂਦਾ ਉਹ ਮੰਜੇ ਤੇ ਸੁੱਤੀ ਹੋਈ ਹੁੰਦੀ। ਇੱਕ ਰਾਤ ਮੈਂ ਉਸ ਨੂੰ ਜਗਾਇਆ, ਕੋਮਲ ਤੁਸੀਂ ਕਿੱਥੇ ਗਏ ਸੀ? ਫਿਰ ਉਸਨੇ ਹੈਰਾਨੀ ਨਾਲ ਮੇਰੇ ਵੱਲ ਦੇਖਿਆ। ਅਮਨ ਤੁਸੀਂ ਮੈਨੂੰ ਨਹੀਂ ਦੇਖ ਸਕਦੇ, ਮੈਂ ਸੋ ਰਹੀ ਸੀ ਪਰ ਤੁਸੀਂ ਬਾਹਰੋਂ ਆ ਰਹੇ ਹੋ। ਸ਼ਾਇਦ ਉਹ ਮੇਰੇ ਵੱਲ ਉਦਾਸ ਨਜ਼ਰ ਨਾਲ ਦੇਖਣ ਲੱਗ ਪਈ ਸੀ। ਮੈਂ ਇਸ ਗੱਲ ਤੇ ਚੁੱਪ ਹੋ ਗਿਆ। ਉਹ ਬਿਨਾਂ ਕੋਈ ਜਵਾਬ ਦਿੱਤੇ ਆਪਣੀ ਥਾਂ ਤੇ ਲੇਟ ਗਈ। ਮੈਂ ਸ਼ਾਇਦ ਕੁਝ ਸੁਪਨਾ ਦੇਖਿਆ ਹੈ। ਉਸ ਦਿਨ ਤੋਂ ਹੀ ਕੋਮਲ ਪਰੇਸ਼ਾਨ ਰਹਿਣ ਲੱਗੀ। ਮੈਂ ਉਸ ਨੂੰ ਕਈ ਵਾਰ ਪੁੱਛਿਆ ਕਿ ਕੀ ਸਮੱਸਿਆ ਹੈ ਤਾਂ ਉਹ ਮੇਰੇ ਵੱਲ ਅਜੀਬ ਨਜ਼ਰਾਂ ਨਾਲ ਦੇਖਣ ਲੱਗੀ ਅਤੇ ਪੁੱਛਿਆ ਤੈਨੂੰ ਕੀ ਹੋਇਆ ਹੈ? ਅਮਨ ਮੈਨੂੰ ਨਹੀਂ ਲੱਗ ਰਿਹਾ ਤੁਹਾਡੀ ਮਾਨਸਿਕ ਹਾਲਤ ਠੀਕ ਹੈ। ਜਦੋਂ ਉਹ ਮੇਰੇ ਵੱਲ ਇਸ ਤਰ੍ਹਾਂ ਦੇਖਦੀ ਤਾਂ ਮੈਂ ਆਪਣਾ ਸਿਰ ਫੜ ਲੈਂਦਾ। ਉਹ ਸਹੀ ਸੀ, ਮੈਂ ਇਹਨਾਂ ਦਿਨਾਂ ਬਕਵਾਸ ਬੋਲ ਰਿਹਾ ਸੀ। ਇਸ ਵਾਰ ਮੈਂ ਫੈਸਲਾ ਕਰ ਲਿਆ ਸੀ ਕਿ ਮੈਨੂੰ ਇਸ ਗੱਲ ਨੂੰ ਸੁਲਝਾਉਣਾ ਹੋਵੇਗਾ ਅਤੇ ਜਿਵੇਂ ਹੀ ਮੈਂ ਕੋਮਲ ਨੂੰ ਉਸਦੇ ਮਾਤਾ-ਪਿਤਾ ਦੇ ਘਰ ਛੱਡ ਕੇ ਵਾਪਸ ਆਇਆ ਤਾਂ ਦੇਖਿਆ ਕਿ ਰਾਜੂ ਦੇ ਘਰ ਦੀ ਛੱਤ ਤੇ ਹਮੇਸ਼ਾ ਦੀ ਤਰ੍ਹਾਂ ਉਹੀ ਪਹਿਰਾਵਾ ਟੰਗਿਆ ਹੋਇਆ ਸੀ। ਕੁਝ ਸੋਚ ਕੇ ਮੈਂ ਅੰਦਰ ਗਿਆ ਅਤੇ ਪੌੜੀਆਂ ਚੜ੍ਹ ਕੇ ਸਿੱਧਾ ਛੱਤ ਤੇ ਚਲਾ ਗਿਆ। ਮੇਰੀ ਅਤੇ ਰਾਜੂ ਦੀ ਛੱਤ ਪੂਰੀ ਤਰ੍ਹਾਂ ਨਾਲ ਲੱਗਦੀ ਹੋਈ ਸੀ। ਆਲੇ ਦੁਆਲੇ ਝਾਤੀ ਮਾਰਨ ਤੋਂ ਬਾਅਦ ਮੈਂ ਇਸ ਦੀ ਛੱਤ ਨੂੰ ਪਾਰ ਕੀਤਾ ਅਤੇ ਤਾਰਾਂ ਤੇ ਲਟਕਦੇ ਕੱਪੜਿਆਂ ਨੂੰ ਛੂਹਿਆ ਜਿਹੜੇ ਤਾਜ਼ੇ ਧੋਤੇ ਗਏ ਸਨ। ਉਹਨਾਂ ਵਿੱਚੋਂ ਪਾਣੀ ਟਪਕ ਰਿਹਾ ਸੀ। ਮੈਂ ਕਮੀਜ਼ ਦਾ ਹਿੱਸਾ ਵਿਚਕਾਰੋਂ ਪਾੜ ਦਿੱਤਾ ਅਤੇ ਮੈਂ ਉਹਨਾਂ ਕੱਪੜਿਆਂ ਨੂੰ ਨਫ਼ਰਤ ਨਾਲ ਦੇਖਣ ਲੱਗ ਪਿਆ, ਜਿਸ ਕਾਰਨ ਮੈਨੂੰ ਬਹੁਤ ਦੁੱਖ ਹੋਇਆ ਸੀ। ਮੇਰੇ ਸਾਰੇ ਸਰੀਰ ਨੂੰ ਅੱਗ ਲੱਗ ਪਈ ਸੀ। ਮੈਂ ਉਸੇ ਤਰ੍ਹਾਂ ਵਾਪਸ ਚਲਾ ਗਿਆ ਜਿਸ ਤਰ੍ਹਾਂ ਮੈਂ ਆਇਆ ਸੀ ਅਤੇ ਮੁੜ ਆਪਣੇ ਸਹੁਰੇ ਘਰ ਵੱਲ ਭੱਜਿਆ। ਅੱਜ ਮੈਂ ਸੱਚ ਦਾ ਪਤਾ ਲਾਉਣਾ ਸੀ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ ਸੀ। ਮੈਂ ਤੇਜ਼ ਰਫ਼ਤਾਰ ਨਾਲ ਗੱਡੀ ਚਲਾਈ ਅਤੇ ਜਿਵੇਂ ਹੀ ਮੈਂ ਕੋਮਲ ਦੇ ਘਰ ਦਾ ਦਰਵਾਜ਼ਾ ਖੜਕਾਇਆ, ਮੇਰੀ ਮਾਂ ਨੇ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਚਲੀ ਗਈ। ਕੋਮਲ ਸਾਹਮਣੇ ਖੜੀ ਸੀ। ਉਹ ਮੈਨੂੰ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਹਮੇਸ਼ਾ ਮੈਂ ਵਾਪਸ ਆਉਂਦਾ ਸੀ, ਪਰ ਉਸ ਨੂੰ ਦੇਖ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੀ ਉਸ ਦੀ ਕਮੀਜ਼ ਦੇ ਕਾਰਨ, ਕਿਉਂਕਿ ਉਸ ਦੀ ਕਮੀਜ਼ ਦਾ ਹਿੱਸਾ ਵਿਚਕਾਰੋਂ ਫਟਿਆ ਹੋਇਆ ਸੀ ਜਿਸ ਨੂੰ ਮੈਂ ਪਾੜ ਕੇ ਆਇਆ ਸੀ। ਇਹ ਸਭ ਦੇਖ ਕੇ ਮੈਨੂੰ ਇੰਨਾ ਗੁੱਸਾ ਆਇਆ ਕਿ ਮੇਰੇ ਹੋਸ਼ ਉੱਡ ਗਏ ਅਤੇ ਬਿਨਾਂ ਕੁਝ ਸੋਚੇ ਮੈਂ ਕੋਮਲ ਦੀ ਗੱਲ ਤੇ ਜ਼ੋਰਦਾਰ ਥੱਪੜ ਮਾਰਿਆ। ਉਹ ਇਸ ਹਮਲੇ ਲਈ ਬਿਲਕੁਲ ਵੀ ਤਿਆਰ ਨਹੀਂ ਸੀ। ਉਸ ਨੂੰ ਚੱਕਰ ਆ ਗਿਆ ਅਤੇ ਉਹ ਹੇਠਾਂ ਡਿੱਗ ਪਈ ਅਤੇ ਉੱਚੀ ਉੱਚੀ ਸਭ ਨੂੰ ਮਾਂ, ਭਰਾ, ਪਿਤਾ ਬੁਲਾਉਣ ਲੱਗੀ। ਜਦੋਂ ਉਸ ਨੇ ਇਸ ਤਰ੍ਹਾਂ ਰੌਲਾ ਪਾਇਆ ਤਾਂ ਸਾਰੇ ਇਕੱਠੇ ਹੋ ਗਏ ਅਤੇ ਮੈਨੂੰ ਕੁਝ ਦਿਖਾਈ ਨਹੀਂ ਦਿੱਤਾ। ਮੈਂ ਉਸ ਦਾ ਹੱਥ ਫੜ ਕੇ ਖਿੱਚ ਲਿਆ। ਮੇਰੇ ਨਾਲ ਆ ਕੋਮਲ। ਕੋਮਲ ਦੀ ਮਾਂ ਵੀ ਸਿਲਾਈ ਕਰ ਰਹੀ ਸੀ। ਕੀ ਹੋਇਆ ਬੇਟਾ, ਤੂੰ ਅਜਿਹਾ ਕਿਉਂ ਕਰ ਰਿਹਾ ਹੈ? ਮੇਰੀ ਸੱਸ ਅਤੇ ਸਹੁਰਾ ਹੈਰਾਨ ਪਰੇਸ਼ਾਨ ਹੋਏ, ਵਿਚਕਾਰ ਆ ਕੇ ਪੁੱਛਣ ਲੱਗੇ। ਮੇਰੇ ਤਾਂ ਸਾਹ ਨਿਕਲ ਗਏ। ਤੁਸੀਂ ਇਹ ਸਭ ਆਪਣੀ ਧੀ ਤੋਂ ਕਿਉਂ ਨਹੀਂ ਪੁੱਛਦੇ? ਤੁਸੀਂ ਕਿਸ ਨੂੰ ਮੂਰਖ ਬਣਾ ਰਹੇ ਹੋ? ਮੈਂ ਉਸ ਵੱਲ ਇਸ਼ਾਰਾ ਕਰਦੇ ਉਸ ਨੂੰ ਦੱਸਣ ਲੱਗਾ, ਪਰ ਪੁੱਤਰ ਇਹ ਕੀ ਕੀਤਾ ਹੈ? ਮੈਂ ਮੇਰੇ ਸਹੁਰੇ ਦਾ ਹੱਥ ਫੜਿਆ ਅਤੇ ਹੌਲੀ ਜਿਹੀ ਪੁੱਛਿਆ, ਕੋਮਲ ਜੀ ਦੀ ਕਮੀਜ਼ ਕਿਵੇਂ ਫਟ ਗਈ? ਮੈਂ ਬੜੀ ਮੁਸ਼ਕਿਲ ਨਾਲ ਆਪਣੀ ਜ਼ੁਬਾਨ ਨੂੰ ਕਾਬੂ ਕਰਦੇ ਹੋਏ ਕਿਹਾ। ਉਹ ਸਾਰੇ ਮੇਰੀਆਂ ਗੱਲਾਂ ਸੁਣ ਕੇ ਹੈਰਾਨ ਰਹਿ ਗਏ ਅਤੇ ਇੱਕ ਦੂਜੇ ਵੱਲ ਦੇਖਣ ਲੱਗੇ। ਉਸ ਦੀ ਕਮੀਜ਼ ਗੇਟ ਦੇ ਅੰਦਰ ਆਉਂਦਿਆਂ ਹੀ ਦਰਵਾਜ਼ੇ ਤੇ ਮੇਖ 'ਚ ਫਸ ਗਈ ਅਤੇ ਪਾੜ ਗਈ। ਕੋਮਲ ਅਜੇ ਵੀ ਜ਼ਮੀਨ ਤੇ ਬੈਠੀ ਹੰਝੂ ਬਹਾ ਰਹੀ ਸੀ। ਅਜਿਹਾ ਨਹੀਂ ਹੋ ਸਕਦਾ। ਤੁਸੀਂ ਸਾਰੇ ਉਸ ਨਾਲ ਮਿਲੀ ਭਗਤ ਕਰ ਰਹੇ ਹੋ, ਉਸ ਦੇ ਝੂਠ ਵਿੱਚ ਉਸ ਦਾ ਸਾਥ ਦੇ ਰਹੇ ਹੋ। ਹੁਣ ਮੇਰੇ ਦਿਮਾਗ ਤੋਂ ਬਾਹਰ ਸੀ। ਕੋਮਲ ਨੂੰ ਜ਼ਬਰਦਸਤੀ ਉੱਥੋਂ ਘਸੀੜਿਆ ਗਿਆ। ਉਸ ਦੇ ਮਾਪੇ ਮਿੰਨਤਾਂ ਕਰਨ ਲੱਗੇ ਪਰ ਮੈਂ ਕੁਝ ਨਹੀਂ ਸੁਣ ਸਕਿਆ। ਕੋਮਲ ਪੂਰੇ ਰਾਸਤੇ ਰੋਂਦੀ ਰਹੀ ਪਰ ਮੈਨੂੰ ਹੁਣ ਉਸ ਤੋਂ ਕੋਈ ਤਰਸ ਨਹੀਂ ਆਇਆ। ਘਰ ਪਹੁੰਚ ਕੇ ਮੈਂ ਉਸ ਦੇ ਬਾਲ ਫੜ ਕੇ ਪੁੱਛਿਆ, ਦੱਸੋ ਤੁਹਾਡਾ ਕੀ ਮਾਮਲਾ ਹੈ ਰਾਜੂ ਨਾਲ? ਤੁਸੀਂ ਕੀ ਕਹਿ ਰਹੇ ਹੋ? ਕੋਮਲ ਨੇ ਚੀਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਪਰ ਮੈਂ ਉਸ ਦੀ ਪਰਵਾਹ ਨਾ ਕੀਤੀ।
ਮੇਰੀਆਂ ਗੱਲਾਂ ਸੁਣ ਕੇ ਉਸਦੇ ਚਿਹਰੇ ਦਾ ਰੰਗ ਉੱਡ ਗਿਆ ਸੀ। ਇਹ ਕੀ ਪਾਗਲਪਨ ਹੈ, ਤੁਸੀਂ ਇੰਨਾ ਗਲਤ ਕਿਵੇਂ ਸੋਚ ਸਕਦੇ ਹੋ, ਉਹ ਚੀਕੀ। ਪਰ ਮੈਨੂੰ ਉਸ ਦੀ ਕੋਈ ਪਰਵਾਹ ਨਹੀਂ ਸੀ। ਮੈਂ ਉਸ ਨੂੰ ਕਿਹਾ ਕਿ ਜੇ ਉਸਨੇ ਸਭ ਕੁਝ ਸੱਚ ਦੱਸਿਆ ਤਾਂ ਮੈਂ ਉਸ ਨੂੰ ਕੁਝ ਨਹੀਂ ਕਹਾਂਗਾ। ਬਸ ਇੱਕ ਵਾਰ ਉਹ ਆਪਣੀ ਗੱਲ ਨਾਲ ਸਹਿਮਤ ਹੋ ਜਾਵੇ। ਅਤੇ ਫਿਰ ਅਚਾਨਕ ਮੈਂ ਦੇਖਿਆ ਕਿ ਪੁਲਿਸ ਉੱਥੇ ਪਹੁੰਚ ਗਈ ਹੈ। ਜਿਵੇਂ ਹੀ ਇੱਕ ਮਹਿਲਾ ਕਾਂਸਟੇਬਲ ਆਈ, ਉਸਨੇ ਕੋਮਲ ਨੂੰ ਮੇਰੇ ਹੱਥ ਤੋਂ ਛੁਡਾਇਆ ਅਤੇ ਉਸ ਨੂੰ ਸੋਫੇ ਤੇ ਬਿਠਾਇਆ। ਉਸ ਦੇ ਬਿਆਨ ਲੈਣ ਲੱਗੀ ਜਦੋਂ ਕਿ ਮੈਨੂੰ ਹੱਥਕੜੀ ਲੱਗੀ ਹੋਈ ਸੀ। ਇਹ ਸਭ ਕੀ ਹੈ, ਮੈਂ ਉੱਚੀ ਉੱਚੀ ਕਿਹਾ। ਪੁਲਿਸ ਬੇਟਾ, ਥਾਣੇ ਜਾਣ ਤੋਂ ਬਾਅਦ ਹੀ ਪਤਾ ਲੱਗ ਜਾਵੇਗਾ। ਤੇ ਪੁਲਿਸ ਕਾਂਸਟੇਬਲ ਹੱਸਦਾ ਹੋਇਆ ਮੈਨੂੰ ਪੁਲਿਸ ਦੀ ਕਾਰ ਵਿੱਚ ਲੈ ਗਿਆ। ਜਾਂਦੇ ਸਮੇਂ ਕੋਮਲ ਦੀ ਆਵਾਜ਼ ਮੇਰੇ ਕੰਨਾਂ ਵਿੱਚ ਗੂੰਜਦੀ ਰਹੀ, ਇਹ ਮੇਰਾ ਪਤੀ ਪਾਗਲ ਹੈ। ਉਹ ਪਹਿਲੇ ਦਿਨ ਤੋਂ ਹੀ ਪਾਗਲਪਨ ਤੋਂ ਪੀੜਿਤ ਹੈ, ਕੋਮਲ ਪੁਲਿਸ ਨੂੰ ਦੱਸ ਰਹੀ ਸੀ। ਅਤੇ ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ, ਜਿਸ ਨੂੰ ਮੈਂ ਦਿਲੋਂ ਪਿਆਰ ਕਰਦਾ ਸੀ। ਅੱਜ ਮੇਰੀ ਕੈਦ ਦਾ ਦੂਜਾ ਦਿਨ ਸੀ ਅਤੇ ਕੋਮਲ ਮੇਰਾ ਹਾਲ ਚਾਲ ਪੁੱਛਣ ਵੀ ਨਹੀਂ ਆਈ ਸੀ ਅਤੇ ਮੈਂ ਉਸ ਤੇ ਵਿਸ਼ਵਾਸ ਨਹੀਂ ਕਰ ਸਕਦਾ ਸੀ ਜੋ ਉਸ ਨੇ ਪੁਲਿਸ ਨੂੰ ਦੱਸਿਆ ਸੀ। ਉਹ ਦਿਮਾਗੀ ਤੌਰ ਤੇ ਬਿਮਾਰ ਹੈ। ਫਿਰ ਮੈਂ ਉਸ ਨੂੰ ਤਸੀਹੇ ਦਿੰਦਾ ਰਿਹਾ। ਉਸ ਨੇ ਦੱਸਿਆ ਕਿ ਉਸ ਨੇ ਇਹ ਗੱਲਾਂ ਕਦੇ ਆਪਣੇ ਮਾਪਿਆਂ ਨੂੰ ਨਹੀਂ ਦੱਸੀਆਂ, ਪਰ ਉਸ ਦਿਨ ਉਹਨਾਂ ਨੇ ਸਭ ਕੁਝ ਆਪਣੀਆਂ ਅੱਖਾਂ ਨਾਲ ਦੇਖਿਆ ਸੀ। ਉਸ ਰਾਤ ਪੁਲਿਸ ਨੂੰ ਰਾਜੂ, ਜੋ ਕਿ ਮੇਰਾ ਗੁਆਂਢੀ ਸੀ, ਨੇ ਬੁਲਾਇਆ ਅਤੇ ਜਿਸ ਕਾਰਨ ਇਹ ਸਾਰੀ ਘਟਨਾ ਵਾਪਰੀ ਸੀ। ਮੈਂ ਸਮਝ ਨਹੀਂ ਸਕਿਆ ਕਿ ਇਹ ਸਭ ਕੀ ਸੀ। ਕੋਮਲ ਨੇ ਮੇਰੇ ਤੇ ਕੇਸ ਦਰਜ ਕਰਵਾ ਦਿੱਤਾ ਸੀ ਅਤੇ ਮੇਰੇ ਤੇ ਕਈ ਦੋਸ਼ ਲਗਾਏ ਸਨ। ਮੇਰੇ ਮਾਤਾ ਪਿਤਾ ਕਾਫੀ ਕੋਸ਼ਿਸ਼ ਕਰ ਰਹੇ ਸਨ, ਪਰ ਉਹ ਮੇਰੀ ਜ਼ਮਾਨਤ ਨਹੀਂ ਕਰਵਾ ਸਕੇ। ਕੇਸ ਦੇ ਅਨੁਸਾਰ ਮੇਰਾ ਮੈਡੀਕਲ ਚੈੱਕਅਪ ਕਰਵਾਇਆ ਗਿਆ। ਰਿਪੋਰਟ ਆਉਣ ਤੋਂ ਬਾਅਦ ਹੀ ਮੈਨੂੰ ਜ਼ਮਾਨਤ ਮਿਲ ਸਕੀ ਅਤੇ 2 ਦਿਨਾਂ ਬਾਅਦ ਜਦੋਂ ਮਨੋਵਿਗਿਆਨਿਕ ਨੇ ਮੈਨੂੰ ਸਵਾਲ ਪੁੱਛਿਆ ਤਾਂ ਮੈਂ ਉਸ ਨੂੰ ਸਾਰੀ ਕਹਾਣੀ ਦੱਸੀ, ਜਿਸ ਨੂੰ ਸੁਣ ਕੇ ਉਹ ਵੀ ਮੇਰੇ ਵੱਲ ਇਸ ਤਰ੍ਹਾਂ ਦੇਖਣ ਲੱਗਾ ਜਿਵੇਂ ਮੈਂ ਪਾਗਲ ਹਾਂ ਅਤੇ ਉਸ ਨੂੰ ਇਸ ਤਰ੍ਹਾਂ ਦੇਖ ਕੇ ਮੈਨੂੰ ਗੁੱਸਾ ਆਇਆ। ਤੁਸੀਂ ਸੋਚਦੇ ਹੋ ਕਿ ਮੈਂ ਪਾਗਲ ਹਾਂ? ਤਾਂ ਉਹ ਮੈਨੂੰ ਸਮਝਾਉਣ ਲੱਗਾ, ਦੇਖੋ ਸਰ, ਤੁਸੀਂ ਜੋ ਕਹਾਣੀ ਸੁਣਾ ਰਹੇ ਹੋ ਉਹ ਸੰਭਵ ਹੈ, 2 ਵਾਰ ਹੋ ਸਕਦਾ ਹੈ, ਪਰ ਬਾਰ-ਬਾਰ ਨਹੀਂ। ਉਹ ਆਰਾਮ ਨਾਲ ਇਹ ਕਹਿ ਰਿਹਾ ਸੀ ਅਤੇ ਮੇਰੇ ਸਾਹ ਤੇਜ਼ ਹੋਣ ਲੱਗੇ। ਡਾਕਟਰ ਸਾਹਿਬ, ਇਹ ਜੋ ਮੈਂ ਸਮਝਾ ਰਿਹਾ ਹਾਂ ਇਹ ਕੋਈ ਇਤਫਾਕ ਨਹੀਂ ਸੀ। ਹੁਣ ਮੈਂ ਆਪਣੇ ਆਪ ਤੇ ਕਾਬੂ ਨਹੀਂ ਰੱਖ ਰਿਹਾ ਸੀ ਅਤੇ ਡਾਕਟਰ ਨੇ ਮੇਰੀ ਗੱਲ ਮੰਨ ਕੇ ਮੈਨੂੰ ਚੁੱਪ ਕਰਾ ਦਿੱਤਾ। ਜਦੋਂ ਕਿ ਉਸ ਨੇ ਆਪਣੀ ਰਿਪੋਰਟ ਵਿੱਚ ਮੈਨੂੰ ਮਾਨਸਿਕ ਰੋਗੀ ਦੱਸਿਆ ਹੈ, ਜਿਸ ਕਾਰਨ ਜੱਜ ਨੇ ਮੈਨੂੰ 2 ਮਹੀਨਿਆਂ ਲਈ ਮੈਡੀਕਲ ਹਸਪਤਾਲ ਭੇਜ ਦਿੱਤਾ। ਮੈਂ ਚੀਕਾਂ ਮਾਰਦਾ ਰਿਹਾ, ਮੈਂ ਪਾਗਲ ਨਹੀਂ ਹਾਂ, ਪਰ ਉੱਥੇ ਕੋਈ ਵੀ ਮੇਰੀ ਪਰਵਾਹ ਨਹੀਂ ਕਰਦਾ। ਸਾਰੇ ਮੇਰੇ ਵੱਲ ਤਰਸ ਨਾਲ ਦੇਖ ਰਹੇ ਸਨ। ਮੈਨੂੰ ਹਸਪਤਾਲ ਵਿੱਚ ਹਰ ਜਗ੍ਹਾ ਇਹ ਸੁਣਨਾ ਪਿਆ, ਗਰੀਬ ਆਦਮੀ, ਉਹ ਇੰਨਾ ਸੁੰਦਰ ਨੌਜਵਾਨ ਹੈ। ਮੈਨੂੰ ਨਹੀਂ ਪਤਾ ਕਿ ਉਹ ਕਿਸ ਸਦਮੇ ਦਾ ਸਾਹਮਣਾ ਕਰ ਰਿਹਾ ਹੈ, ਜਦਕਿ ਮੈਂ ਪਾਗਲਾਂ ਵਾਂਗ ਚੁੱਪ ਰਿਹਾ ਅਤੇ ਮੂਰਖ ਬਣਿਆ ਰਿਹਾ। ਇਹਨਾਂ 2 ਮਹੀਨਿਆਂ ਵਿੱਚ ਮੇਰੇ ਨਾਲ ਜੋ ਕੁਝ ਵਾਪਰਿਆ ਉਹ ਮੇਰੀ ਸਮਝ ਤੋਂ ਬਾਹਰ ਸੀ। ਸ਼ਾਇਦ ਮੈਂ ਸੱਚਮੁੱਚ ਪਾਗਲ ਹੋ ਗਿਆ ਸੀ। ਮੈਂ 1 ਹਫ਼ਤੇ ਤੋਂ ਮਾਨਸਿਕ ਸ਼ਰਨ ਵਿੱਚ ਸੀ। ਇੱਕ ਦਿਨ ਕੋਈ ਮੈਨੂੰ ਮਿਲਣ ਆਇਆ। ਜਦੋਂ ਮੈਂ ਮੀਟਿੰਗ ਵਾਲੀ ਥਾਂ ਪਹੁੰਚਿਆ ਤਾਂ ਰਾਜੂ ਅਤੇ ਜਸ਼ਨ ਨੂੰ ਦੇਖ ਕੇ ਹੈਰਾਨ ਰਹਿ ਗਿਆ। ਅਸੀਂ ਦੋਵੇਂ ਇਕੱਠੇ ਹਾਂ ਜੋ ਅਸੀਂ ਤੁਹਾਨੂੰ ਤੁਹਾਡੀ ਗਲਤੀ ਦੱਸ ਸਕੀਏ। ਉਹ ਮੁਸਕਰਾਇਆ। ਤੈਨੂੰ ਅਰਸ਼ ਯਾਦ ਹੈ? ਅਚਾਨਕ ਉਸ ਨੇ ਪੁੱਛਿਆ। ਕਿਹੜੀ ਅਰਸ਼? ਮੈਂ ਹੈਰਾਨ ਹੋ ਕੇ ਕਿਹਾ, ਹਾਂ, ਤੁਸੀਂ ਕਿਵੇਂ ਯਾਦ ਕਰੋਗੇ, ਕਿਉਂਕਿ ਤੁਸੀਂ ਕਾਲਜ ਤੋਂ ਲੈ ਕੇ ਯੂਨੀਵਰਸਿਟੀ ਤੱਕ ਕਈ ਕੁੜੀਆਂ ਨੂੰ ਪਿਆਰ ਦੇ ਜਾਲ ਵਿੱਚ ਫਸਾਇਆ ਹੋਵੇਗਾ, ਜਿਨ੍ਹਾਂ ਵਿੱਚੋਂ ਇੱਕ ਕੁੜੀ ਸੀ ਅਰਸ਼, ਜੋ ਮੇਰੀ ਛੋਟੀ ਭੈਣ ਸੀ ਅਤੇ ਉਹ ਦੂਜੀਆਂ ਕੁੜੀਆਂ ਨਾਲ ਬਹੁਤ ਵੱਖਰੀ ਸੀ। ਉਸ ਨੇ ਤੁਹਾਡੇ ਝੂਠੇ ਪਿਆਰ ਨੂੰ ਸੱਚਾ ਪਿਆਰ ਸਮਝ ਲਿਆ ਅਤੇ ਤੁਸੀਂ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। ਕੀ ਤੁਸੀਂ ਉਸ ਨੂੰ ਸਿਰਫ ਆਪਣਾ ਦੋਸਤ ਸਮਝਦੇ ਹੋ? ਹੋਰ
ਹੋਰ ਕੁਝ ਨਹੀਂ। ਫਿਰ ਉਸ ਮਾਸੂਮ ਲੜਕੀ ਨੇ ਜਾਣਬੁੱਝ ਕੇ ਛੱਤ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਵਿੱਚ ਉਹ ਬਾਲ-ਬਾਲ ਬਚ ਗਈ। ਉਸ ਦੀ ਚੰਗੀ ਦੇਖਭਾਲ ਕੀਤੀ ਗਈ ਅਤੇ ਹੁਣ ਤੱਕ ਉਹ ਸਿਰਫ ਦਵਾਈਆਂ ਦੀ ਮਦਦ ਨਾਲ ਜਿੰਦਾ ਹੈ। ਜਦੋਂ ਵੀ ਮੈਂ ਆਪਣੀ ਭੈਣ ਨੂੰ ਇਸ ਹਾਲਤ ਵਿੱਚ ਦੇਖਿਆ, ਮੈਨੂੰ ਉਸ ਆਦਮੀ ਪ੍ਰਤੀ ਸਖਤ ਨਫ਼ਰਤ ਮਹਿਸੂਸ ਹੋਈ। ਫਿਰ ਇੱਕ ਦਿਨ ਮੈਨੂੰ ਅਰਸ਼ ਦੀ ਡਾਇਰੀ ਮਿਲੀ, ਜਿਸ ਵਿੱਚ ਉਸ ਨੇ ਤੁਹਾਡੇ ਬਾਰੇ ਸਭ ਕੁਝ ਲਿਖਿਆ ਸੀ ਅਤੇ ਉਸੇ ਦਿਨ ਮੈਂ ਤੁਹਾਡੇ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ। ਮੈਂ ਤੁਹਾਨੂੰ ਤਬਾਹ ਕਰਨਾ ਚਾਹੁੰਦੀ ਸੀ। ਸਭ ਤੋਂ ਪਹਿਲਾਂ ਮੈਂ ਤੁਹਾਡੇ ਕੋਲ ਇੱਕ ਘਰ ਖਰੀਦਿਆ। ਕੋਮਲ, ਜੋ ਮੇਰੇ ਦਫ਼ਤਰ ਵਿੱਚ ਕੰਮ ਕਰਦੀ ਸੀ, ਇੱਕ ਛੋਟੀ ਜਿਹੀ ਨੌਕਰੀ ਕਰਦੀ ਸੀ। ਉਸ ਦੇ ਘਰ ਦੇ ਖਰਚੇ ਪੂਰੇ ਕਰਨੇ ਬਹੁਤ ਔਖੇ ਸਨ, ਪਰ ਉਹ ਸੁੰਦਰ ਸੀ। ਇਸ ਲਈ ਮੈਂ ਕੋਮਲ ਨੂੰ ਇਹ ਸਾਰਾ ਡਰਾਮਾ ਮੋਟੀ ਰਕਮ ਦੇ ਬਦਲੇ ਕਰਨ ਲਈ ਹੀ ਕਿਹਾ ਅਤੇ ਮੈਂ ਬਹੁਤ ਖੁਸ਼ ਹੋਈ ਜਦੋਂ ਤੁਸੀਂ ਪਹਿਲੀ ਨਜ਼ਰ ਵਿੱਚ ਕੋਮਲ ਨੂੰ ਪਸੰਦ ਕੀਤਾ ਸੀ। ਮੈਨੂੰ ਪਤਾ ਸੀ ਕਿ ਤੁਸੀਂ ਕੋਮਲ ਵਰਗੀ ਖੂਬਸੂਰਤ ਕੁੜੀ ਨੂੰ ਕਦੇ ਨਜ਼ਰਅੰਦਾਜ਼ ਨਹੀਂ ਕਰ ਸਕਦੇ ਹੋ ਅਤੇ ਤੁਸੀਂ ਕੋਮਲ ਨਾਲ ਵਿਆਹ ਕਰ ਲਿਆ ਸੀ। ਫਿਰ ਮੈਂ ਆਪਣੀ ਬਣਾਈ ਯੋਜਨਾ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ। ਪਹਿਲਾਂ ਤਾਂ ਤੂੰ ਕਈ ਦਿਨ ਮੇਰੇ ਘਰ ਵੱਲ ਤੱਕਿਆ ਨਹੀਂ, ਪਰ ਇੱਕ ਦਿਨ ਤੇਰੀ ਭਟਕਦੀ ਨਜ਼ਰ ਮੇਰੀ ਛੱਤ ਉੱਤੇ ਪਈ, ਜੋ ਤੇਰੀ ਬਰਬਾਦੀ ਦਾ ਕਾਰਨ ਬਣ ਗਿਆ। ਅਤੇ ਇੰਨਾ ਹੀ ਨਹੀਂ, ਮੈਂ ਕੋਮਲ ਨੂੰ ਕੁਝ ਅਜਿਹੀਆਂ ਦਵਾਈਆਂ ਵੀ ਦਿੰਦੀ ਸੀ ਜਿਸ ਨਾਲ ਤੇਰੇ ਹੋਸ਼ ਉੱਡ ਜਾਂਦੇ ਸਨ ਅਤੇ ਤੈਨੂੰ ਗੁੱਸਾ ਆਉਂਦਾ ਸੀ ਕਿ ਇਹ ਸਭ ਕੁਝ ਦੱਸਣ ਤੇ ਸਾਰੇ ਤੈਨੂੰ ਪਾਗਲ ਸਮਝ ਲੈਣਗੇ। ਉਹ ਬਹੁਤ ਖੁਸ਼ ਨਜ਼ਰ ਆ ਰਹੀ ਸੀ। ਉਸ ਦੇ ਬੁੱਲ੍ਹਾਂ ਤੇ ਮਜ਼ਾਕੀਆ ਮੁਸਕਰਾਹਟ ਸੀ, ਜਦੋਂ ਕਿ ਕੋਮਲ ਚੁੱਪ ਖੜੀ ਸੀ। ਮੈਨੂੰ ਹੌਲੀ-ਹੌਲੀ ਸਭ ਕੁਝ ਯਾਦ ਆਉਣ ਲੱਗਾ। ਹੁਣ ਮੈਨੂੰ ਗੁੱਸਾ ਨਹੀਂ ਆਇਆ, ਕਿਉਂਕਿ ਮੈਂ ਨਰਮ ਸੁਭਾਅ ਦਾ ਬੰਦਾ ਸੀ। ਇਹ ਸਭ ਰਾਜੂ ਵੱਲੋਂ ਦਿੱਤੀ ਗਈ ਦਵਾਈ ਦਾ ਚਮਤਕਾਰ ਸੀ, ਜਦ ਕਿ ਇੱਥੇ ਮੈਨੂੰ ਸ਼ਾਂਤ ਰਹਿਣ ਦੀ ਦਵਾਈ ਦਿੱਤੀ ਗਈ। ਹੁਣ ਮੇਰੇ ਵਿੱਚ ਪਾਗਲਪਨ ਦੀ ਫਿੱਟ ਨਹੀਂ ਸੀ। ਅੱਜ ਵੀ ਮੈਂ ਪੂਰੇ ਹੋਸ਼ ਵਿੱਚ ਬੈਠਾ ਸੀ। ਬੜੀ ਮੁਸ਼ਕਿਲ ਨਾਲ ਮੈਂ ਆਪਣਾ ਮੂੰਹ ਖੋਲ੍ਹਿਆ ਅਤੇ ਕਿਹਾ ਕਿ ਅਰਸ਼ ਨਾਲ ਜੋ ਹੋਇਆ, ਉਸ ਗੱਲ ਲਈ ਮੈਨੂੰ ਬਹੁਤ ਅਫਸੋਸ ਹੈ, ਪਰ ਤੁਸੀਂ ਇੱਕ ਵੱਡੀ ਗਲਤੀ ਕੀਤੀ ਹੈ। ਉਹ ਮੇਰੀ ਸੀਨੀਅਰ ਸੀ। ਮੈਂ ਅਰਸ਼ ਨੂੰ ਕਦੇ ਹੈਲੋ ਵੀ ਨਹੀਂ ਕਿਹਾ ਸੀ। ਉਸ ਨੇ ਹਮੇਸ਼ਾ ਫਾਈਨਲ ਈਅਰ ਦੇ ਅਮਨ ਦੇ ਨਾਮ ਤੋਂ ਦੇਖਿਆ ਸੀ, ਜੋ ਇੱਕ ਅਮੀਰ ਪਿਤਾ ਦਾ ਵਿਗੜਿਆ ਬੱਚਾ ਸੀ ਅਤੇ ਹਰ ਰੋਜ਼ ਇੱਕ ਨਵੀਂ ਕੁੜੀ ਨੂੰ ਪਸੰਦ ਕਰਦਾ ਸੀ। ਮੈਨੂੰ ਪਤਾ ਨਹੀਂ ਸੀ ਕਿ ਅਰਸ਼ ਨੇ ਯੂਨੀਵਰਸਿਟੀ ਆਉਣਾ ਕਿਉਂ ਬੰਦ ਕਰ ਦਿੱਤਾ ਸੀ। ਮੈਨੂੰ ਸਿਰਫ ਆਪਣੀ ਪੜ੍ਹਾਈ ਦਾ ਹੀ ਫਿਕਰ ਸੀ। ਜੋ ਤੁਸੀਂ ਅਰਸ਼ ਦੀ ਡਾਇਰੀ ਵਿੱਚ ਅਮਨ ਦਾ ਨਾਮ ਲਿਖਿਆ ਦੇਖਿਆ ਸੀ, ਉਹ ਅਮਨ ਜੋ ਉਸ ਦੀ ਕਲਾਸ ਵਿੱਚ ਸੀ, ਮੈਂ ਨਹੀਂ ਸੀ। ਮੈਂ ਕਿਸੇ ਦੀ ਜ਼ਿੰਦਗੀ ਬਰਬਾਦ ਨਹੀਂ ਕਰੀ। ਮੈਨੂੰ ਘੱਟੋ ਘੱਟ ਇੱਕ ਵਾਰ ਮੈਨੂੰ ਪੁੱਛਣਾ ਚਾਹੀਦਾ ਸੀ ਕਿ ਅਰਸ਼ ਨਾਲ ਕੌਣ ਸੀ। ਮੈਂ ਸਦਮੇ ਅਤੇ ਦਰਦ ਨਾਲ ਬਹੁਤ ਬੁਰੀ ਹਾਲਤ ਵਿੱਚ ਸੀ। ਮੈਨੂੰ ਉਸ ਅਪਰਾਧ ਲਈ ਸਜ਼ਾ ਮਿਲੀ ਜੋ ਮੈਂ ਨਹੀਂ ਕੀਤਾ ਸੀ। ਮੇਰੀ ਕਹਾਣੀ ਸੁਣ ਕੇ ਰਾਜੂ ਅਤੇ ਕੋਮਲ ਹੋਰ ਵੀ ਹੈਰਾਨ ਰਹਿ ਗਏ। ਦੋਵਾਂ ਦੇ ਚਿਹਰੇ ਦੇਖਣ ਯੋਗ ਸਨ, ਜਦੋਂ ਕਿ ਮੈਂ ਸੰਤੁਸ਼ਟ ਸੀ। ਮੈਂ ਕੋਈ ਅਪਰਾਧ ਨਹੀਂ ਕੀਤਾ ਹੈ। ਉਹ ਦੋਵੇਂ ਉਸ ਦਿਨ ਚਲੇ ਗਏ ਅਤੇ ਮੈਂ 2 ਦਿਨਾਂ ਬਾਅਦ ਰਿਹਾ ਹੋ ਗਿਆ। ਰਾਜੂ ਨੇ ਆਪਣਾ ਜੁਰਮ ਕਬੂਲ ਕਰ ਲਿਆ ਸੀ। ਜਦੋਂ ਮੈਨੂੰ ਪਤਾ ਲੱਗਾ ਤਾਂ ਮੈਂ ਫਟਾਫਟ ਆਪਣੇ ਵਕੀਲ ਨਾਲ ਗੱਲ ਕੀਤੀ ਅਤੇ ਦੋਵਾਂ ਨੂੰ ਮਾਫ ਕਰ ਦਿੱਤਾ। ਮੈਨੂੰ ਪਤਾ ਸੀ ਕਿ ਉਸ ਨੇ ਅਪਰਾਧ ਕੀਤਾ ਹੈ, ਪਰ ਗਰੀਬੀ ਤੋਂ ਤੰਗ ਆ ਕੇ ਕੋਮਲ ਨੇ ਇਹ ਪੇਸ਼ਕਸ਼ ਸਵੀਕਾਰ ਕਰ ਲਈ। ਉਹ ਆਪਣੇ ਬਿਮਾਰ ਪਿਤਾ ਦੀਆਂ ਦਵਾਈਆਂ ਤੇ ਘਰ ਦਾ ਖਰਚਾ ਪੂਰਾ ਨਹੀਂ ਕਰ ਪਾ ਰਹੀ ਸੀ। ਰਾਜੂ ਨੇ ਇਹ ਸਭ ਬਦਲਾ ਲੈਣ ਲਈ ਕੀਤਾ ਸੀ, ਪਰ ਉਸ ਨੇ ਜਿਸ ਅਮਨ ਬਾਰੇ ਡਾਇਰੀ ਵਿੱਚ ਪੜ੍ਹਿਆ ਸੀ, ਉਹ ਮੈਂ ਨਹੀਂ, ਕੋਈ ਹੋਰ ਅਮਨ ਸੀ। ਮੈਂ ਆਪਣੇ ਘਰ ਵਾਪਸ ਪਰਤਿਆ, ਪਰ ਮੈਂ ਹੈਰਾਨ ਸੀ। ਉੱਥੇ ਕੋਮਲ ਮੇਰਾ ਇੰਤਜ਼ਾਰ ਕਰ ਰਹੀ ਸੀ। ਕੋਮਲ, ਤੂੰ ਇੱਥੇ ਹਾਂ ਮੇਰੇ ਦਿਮਾਗ ਵਿੱਚ। ਮੈਂ ਤਾਂ ਗੁਨਾਹਗਾਰ ਹਾਂ। ਮੈਨੂੰ ਮਾਫ ਕਰਨਾ। ਜੇ ਤੇਰੇ ਦਿਲ ਵਿੱਚ ਮੇਰੇ ਲਈ ਥੋੜੀ ਜਿਹੀ ਵੀ ਜਗ੍ਹਾ ਹੈ ਤਾਂ ਮੈਨੂੰ ਦੱਸਣਾ। ਮੈਨੂੰ ਆਪਣੀ ਜ਼ਿੰਦਗੀ ਤੋਂ ਬਾਹਰ ਨਾ ਕੱਢੋ। ਮੈਨੂੰ ਤੁਹਾਡੇ ਨਾਲ ਪਿਆਰ ਹੋ ਗਿਆ ਹੈ ਅਮਨ, ਕਿ ਮੈਂ ਆਪਣੀ ਜ਼ਿੰਦਗੀ ਵਿੱਚ ਤੁਹਾਡੇ ਵਰਗਾ ਵਿਅਕਤੀ ਨਹੀਂ ਦੇਖਿਆ। ਮੈਂ ਤੁਹਾਨੂੰ ਬਿਲਕੁਲ ਵੀ ਗਵਾਉਣਾ ਨਹੀਂ ਚਾਹੁੰਦੀ। ਬਸ ਦੇਖਦਿਆਂ ਹੀ ਉਹ ਮੇਰੇ ਪੈਰੀਂ ਪੈ ਗਈ ਸੀ। ਉਸ ਦਾ ਸਾਰਾ ਸਰੀਰ ਕੰਬ ਰਿਹਾ ਸੀ। ਮੈਂ ਉਸ ਤੋਂ ਨਫ਼ਰਤ ਕਰਨ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਸ ਦੇ ਹੰਝੂਆਂ ਨੇ ਮੇਰਾ ਦਿਲ ਪਿਘਲਾ ਦਿੱਤਾ। ਉਹ ਹੁਣ ਮੇਰੀ ਪਿਆਸੀ ਸੀ।
ਮੈਂ ਉਸ ਦੇ ਮੋਢੇ ਫੜ ਕੇ ਉਸ ਨੂੰ ਬਿਠਾਇਆ ਅਤੇ ਉਸ ਦੇ ਹੰਝੂ ਪੂੰਝੇ। ਕੋਮਲ, ਜੇਕਰ ਤੈਨੂੰ ਆਪਣੇ ਕੀਤੇ ਤੇ ਸੱਚੀ ਸ਼ਰਮ ਆਉਂਦੀ ਹੈ ਤਾਂ ਮੈਂ ਤੈਨੂੰ ਮਾਫ ਕਰ ਦਿੰਦਾ ਹਾਂ, ਪਰ ਯਾਦ ਰੱਖਣਾ ਕਿ ਮੈਂ ਵੀ ਇੱਕ ਇਨਸਾਨ ਹਾਂ। ਸ਼ਾਇਦ ਮੈਂ ਬਾਰ-ਬਾਰ ਮਾਫ ਨਹੀਂ ਕਰ ਸਕਦਾ। ਮੇਰੀਆਂ ਗੱਲਾਂ ਸੁਣ ਕੇ ਉਹ ਜ਼ੋਰ-ਜ਼ੋਰ ਨਾਲ ਰੋਣ ਲੱਗੀ ਅਤੇ ਮੈਂ ਮਨ ਵਿੱਚ ਸੋਚਿਆ ਕਿ ਇਹ ਪਛਤਾਵੇ ਦੇ ਹੰਝੂ ਸਨ। ਇਸ ਦਾ ਮਤਲਬ ਹੈ ਕਿ ਕੋਮਲ ਨੂੰ ਸੱਚਮੁੱਚ ਮੇਰੇ ਨਾਲ ਪਿਆਰ ਹੋ ਗਿਆ ਸੀ। ਮੈਂ ਪਰਮਾਤਮਾ ਦਾ ਧੰਨਵਾਦ ਕੀਤਾ ਜਿਸ ਨੇ ਮੈਨੂੰ ਮੇਰੀ ਇੱਜ਼ਤ ਅਤੇ ਮਾਨ ਸਨਮਾਨ ਵਾਪਸ ਦਿੱਤਾ, ਨਹੀਂ ਤਾਂ ਇੱਕ ਗਲਤਫਹਿਮੀ ਦੇ ਅਪਰਾਧ ਤੇ ਮੇਰੀ ਪੂਰੀ ਜ਼ਿੰਦਗੀ ਬਰਬਾਦ ਹੋ ਜਾਣੀ ਸੀ। ਇਸੇ ਲਈ ਬਜ਼ੁਰਗ ਕਹਿੰਦੇ ਹਨ ਕਿ ਕੋਈ ਵੀ ਕੰਮ ਸੋਚ ਸਮਝ ਕੇ ਕਰਨਾ ਚਾਹੀਦਾ ਹੈ। ਜੇਕਰ ਤੁਹਾਨੂੰ ਅੱਜ ਦੀ ਕਹਾਣੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਵੀ ਸ਼ੇਅਰ ਕਰੋ। ਅਤੇ ਹਾਂ, ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰੋ। ਇਸ ਨਵੀਂ ਦਿਲਚਸਪ ਕਹਾਣੀ ਦੇ ਨਾਲ ਤੁਹਾਡੇ ਪਿਆਰ ਅਤੇ ਸਨੇਹ ਨੂੰ ਬਣਾਈ ਰੱਖੋ। ਸਭ ਨੂੰ ਮੇਰੀਆਂ ਪਿਆਰ ਭਰੀਆਂ ਸ਼ੁਭਕਾਮਨਾਵਾਂ ਦੋਸਤੋ।